बिल्कुल हो सकती हैं और सानू कुछ ना कुछ सख्त रुख रख के कोई यह प्रोटेस्ट करके सरकार ਨੂੰ ਵੀ ਦੱਸਣਾ ਪੈਣਾ ਅਸੀਂ ਕੀ ਕਰ ਸਕਦੇ ਹਾਂ। देखो 1% वाजिब सी एकदम 60% ਜਿਹੜਾ GST ਵਧਾਇਆ ਇਹ ਤਾਂ ਇੰਡਸਟਰੀ ਨੂੰ ਟੈਕਸਟਾਈਲ ਇੰਡਸਟਰੀ ਨੂੰ ਇੱਕ ਤਰ੍ਹਾਂ ਮਾਰਨ ਵਾਲਾ ਇਹਨਾਂ ਨੇ ਕੰਮ ਕੀਤਾ। ਕੇਂਦਰ ਸਰਕਾਰ ਵੱਲੋਂ GST ਦਰਾਂ ਦੇ ਵਿੱਚ ਵੱਡੀ ਤਬਦੀਲੀ ਕਰਦਿਆਂ ਰੈਡੀਮੇਡ ਗਾਰਮੈਂਟਸ ਤੇ ਹੁਣ 5% GST ਦੀ ਥਾਂ 12% GST ਕਰ ਦਿੱਤਾ ਗਿਆ ਹੈ। ਨਵੀਆਂ ਟੈਕਸ ਦਰਾਂ ਜਨਵਰੀ ਤੋਂ ਲਾਗੂ ਹੋ ਜਾਣਗੀਆਂ। GST ਦਰਾਂ ਲਾਗੂ ਹੋਣ ਤੋਂ ਪਹਿਲਾਂ ਹੀ ਲੁਧਿਆਣਾ ਦੇ ਰੈਡੀਮੇਡ ਵਪਾਰੀਆਂ ਅਤੇ ਮੈਨੂਫੈਕਚਰਾਂ ਦੇ ਵਿੱਚ ਹਾਹਾਕਾਰ ਮਚ ਗਈ ਹੈ। ਵਪਾਰੀਆਂ ਨੇ ਕਿਹਾ ਹੈ ਕਿ ਸਰਕਾਰ ਇੰਡਸਟਰੀ ਬੰਦ ਕਰਵਾਉਣਾ ਚਾਹੁੰਦੀ ਹੈ, ਜਿਸ ਕਰਕੇ ਅਜਿਹੇ ਮਾਰੂ ਫੈਸਲੇ ਕਰ ਰਹੀ ਹੈ। ਕੇਂਦਰ ਸਰਕਾਰ ਨੇ ਰੈਡੀਮੇਡ ਗਾਰਮੈਂਟ ਤੇ 7% GST ਵਧਾ ਦਿੱਤੀ ਹੈ, ਜਿਸ ਕਰਕੇ 12% ਹੁਣ ਰੈਡੀਮੇਡ ਗਾਰਮੈਂਟਸ ਤੇ GST ਲੱਗੇਗਾ। ਹਾਲਾਂਕਿ ਰੈਡੀਮੇਡ ਗਾਰਮੈਂਟ ਪਹਿਲਾਂ ਟੈਕਸ ਅਤੇ ਵੈਟ ਮੁਕਤ ਸੀ। ਰੈਡੀਮੇਡ ਗਾਰਮੈਂਟਸ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗਦਾ ਸੀ, ਜਿਸ ਦਾ ਵੱਡਾ ਕਾਰਨ ਇਹ ਹੈ ਕਿ ਇਸ ਦਾ ਸਿੱਧਾ ਅਸਰ ਆਮ ਲੋਕਾਂ ਤੇ ਹੋਣਾ ਸੀ। ਪਰ ਕੇਂਦਰ ਸਰਕਾਰ ਵੱਲੋਂ ਇੱਕ ਦੇਸ਼ ਵਿੱਚ ਟੈਕਸ ਸਕੀਮ ਲਾਗੂ ਕਰਕੇ ਜਦੋਂ GST ਲਿਆਂਦਾ ਗਿਆ ਤਾਂ ਰੈਡੀਮੇਡ ਗਾਰਮੈਂਟਸ ਨੂੰ ਸਭ ਤੋਂ ਘੱਟ GST ਦੀ ਸਲੈਬ ਯਾਨੀ ਕਿ 5% ਦੇ ਵਿੱਚ ਰੱਖਿਆ ਗਿਆ, ਪਰ ਹੁਣ ਇਸ ਵਿੱਚ ਵਾਧਾ ਕਰਕੇ 12% ਕਰ ਦਿੱਤਾ ਗਿਆ। ਪੰਜਾਬ ਵਪਾਰ ਮੰਡਲ ਤੋਂ ਲੁਧਿਆਣਾ ਦੇ ਪ੍ਰਧਾਨ ਹਰਵਿੰਦਰ ਮੱਕੜ ਨੇ ਕਿਹਾ ਹੈ ਕਿ ਇਸ ਨਾਲ ਦੁਕਾਨਦਾਰਾਂ ਤੇ ਨਿਰਮਾਤਾ ਦੋਨਾਂ ਤੇ ਅਸਰ ਪਵੇਗਾ। ਟੈਕਸਟਾਈਲ ਇੰਡਸਟਰੀ ਸੀ ਕੱਪੜੇ ਤੇ ਤੁਹਾਨੂੰ ਸ਼ਾਇਦ ਨੌਲੇਜ ਹੋਏਗਾ, ਇਹ ਤੇ ਟੈਕਸ ਫ੍ਰੀ ਸੀ, ਇਹ ਤੇ ਟੈਕਸ ਹੁੰਦਾ ਹੀ ਨਹੀਂ ਸੀ, ਕਿਉਂਕਿ ਇਦਾਂ ਦੀ ਇੰਡਸਟਰੀ ਮੰਨੀ ਗਈ ਹੈ ਬਈ ਇਹ ਤੇ ਟੈਕਸ ਲਾਉਣ ਦਾ ਮਤਲਬ ਸਿੱਧਾ ਤੇ ਸਿੱਧਾ ਕੰਜ਼ਿਊਮਰ ਦੇ ਉੱਪਰ ਵੱਧ ਤੋਂ ਵੱਧ ਬੋਝ ਪਾਉਣਾ, ਕਿਉਂਕਿ ਹਰ ਬੰਦੇ ਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਕੱਪੜੇ ਲੱਤੇ ਦੀ, ਪੈਂਟ ਦੀ, ਸ਼ਰਟ ਦੀ, ਹਰੇਕ ਚੀਜ਼ ਦੀ ਆਮ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਲੋੜ ਹੈ। ਸੋ ਇਸ ਕਰਕੇ ਇਹ ਸਿੱਧਾ ਤੇ ਸਿੱਧਾ ਜਿਹੜਾ ਇਹਦਾ ਅਸਰ ਸੀ ਉਹ ਕੰਜ਼ਿਊਮਰ ਤੇ ਸੀਗਾ। ਹੁਣ ਇਹਨਾਂ ਨੇ ਪਹਿਲੇ ਜਦੋਂ GST ਲੱਗਾ ਤੇ ਇਹਦੀ ਜਿਹੜੀ ਦਰ ਸੀ ਉਹ 5% ਤੇ ਕੀਤੀ ਗਈ, ਫਿਰ ਵੀ ਕੁਛ ਇਹਦਾ ਧਿਆਨ ਰੱਖਿਆ ਗਿਆ ਵੀ ਚਲੋ ਇਹਨੂੰ ਲੋਵੈਸਟ ਜਿਹੜੀ ਸਲੈਬ ਹੈ ਆਪਾਂ ਉਹ ਲੈ ਕੇ ਆਈਏ। ਪਰ ਹੁਣ ਅੱਜ ਦੀ ਡੇਟ ਦੇ ਵਿੱਚ 1 ਜਨਵਰੀ 2022 ਤੋਂ ਜਿਹੜਾ ਰੇਟ ਹੈ ਟੈਕਸਟਾਈਲ ਇੰਡਸਟਰੀ ਤੇ ਗਾਰਮੈਂਟਸ ਤੇ ਉਹ 5 ਤੋਂ ਵਧਾ ਕੇ 12% ਕਰਤਾ ਗਿਆ। ਇਹਦਾ ਮਤਲਬ ਇਹ ਬਈ ਬਿਲਕੁਲ ਹੀ ਜਿਹੜੀ ਹੈ ਇੰਡਸਟਰੀ ਨੂੰ ਤਬਾਹ ਕਰਨ ਵਾਲੀ ਗੱਲ ਹੈ। ਪਿੱਛੇ 8 ਅਕਤੂਬਰ ਨੂੰ ਇੱਕ ਸਾਊਥ ਗੁਜਰਾਤ ਪ੍ਰੋਸੈਸਿੰਗ ਐਂਡ ਟੈਕਸਟਾਈਲ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਉਹਨਾਂ ਨੇ ਇੰਡਸਟਰੀ ਨੂੰ ਟੈਕਸਟਾਈਲ ਇੰਡਸਟਰੀ ਨੂੰ 1 ਮਹੀਨੇ ਵਾਸਤੇ ਬੰਦ ਕਰਨ ਦਾ ਪ੍ਰਪੋਜ਼ਲ ਰੱਖ ਦਿੱਤਾ। ਤੁਸੀਂ ਸਮਝ ਸਕਦੇ ਹੋ ਵੀ ਹਾਲਾਤ ਕਿੰਨੇ ਨਾਜ਼ੁਕ ਨੇ। ਹਰੇਕ ਚੀਜ਼ ਮਹਿੰਗੀ ਹੋ ਰਹੀ ਹੈ, ਕੈਮੀਕਲ ਮਹਿੰਗਾ, ਧਾਗਾ ਮਹਿੰਗਾ, ਉਸ ਤੋਂ ਬਾਅਦ ਕਲਰਸ ਮਹਿੰਗੇ, ਫਿਊਲ ਮਹਿੰਗਾ, ਕੋਲੇ ਦੀ ਪੋਜੀਸ਼ਨ ਦੇਖ ਲਓ। ਜਿਹੜਾ ਕੋਲਾ ਅੱਜ ਦੀ ਡੇਟ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ, ਬਿਜਲੀ ਦੀ ਬਲੈਕ ਆਊਟ ਹੋਣ ਦੀ ਕਗਾਰ ਤੇ ਸਾਰਾ ਖੜਾ ਹੈ, ਤਾਂ ਕਿੱਥੇ ਜਾਏਗੀ ਇੰਡਸਟਰੀ। ਸੋ ਸਭ ਤੋਂ ਜ਼ਿਆਦਾ ਮਾਰ ਜਿਹੜੀ ਪਈ ਹੈ ਟੈਕਸਟਾਈਲ ਇੰਡਸਟਰੀ ਨੂੰ GST ਕਰਕੇ ਤੇ ਮਹਿੰਗਾਈ ਕਰਕੇ ਪੈ ਰਹੀ, ਔਰ ਇਹਦੇ ਨਾਲ ਇਸ GST ਸਲੈਬ ਵਧਾਉਣ ਨਾਲ ਹੋਰ ਜਿਹੜਾ ਇੱਕ ਨਵਾਂ ਭਾਰ ਜਿਹੜਾ ਆ ਉਹ ਕਾਮਨ ਮੈਨ ਤੇ ਪਏਗਾ। ਸਾਡੇ ਲੋਕਾਂ ਤੇ ਜਿਹੜੇ ਇੰਡਸਟਰੀ ਚਲਾਉਂਦੇ ਆ, ਮੈਂ ਖੁਦ ਡੀਲ ਕਰਦਾ ਇਹਨੂੰ ਟੈਕਸਟਾਈਲ ਇੰਡਸਟਰੀ ਨੂੰ, ਗਾਰਮੈਂਟਸ ਬਣਦੇ ਆ, ਅਸੀਂ ਕੰਜ਼ਿਊਮਰ ਵੀ ਆ। ਰੇਟ ਵਧਣਗੇ ਉਹਦਾ ਅਸਰ ਵੀ ਸਾਡੇ ਤੇ ਹੋਏਗਾ, ਤੇ ਜਿਹੜਾ ਅਸੀਂ ਰਾ ਮਟੀਰੀਅਲ ਵੱਧ ਰੇਟ ਤੇ ਲਵਾਂਗੇ ਉਹਦਾ ਅਸਰ ਵੀ ਹੋਏਗਾ। ਤੁਸੀਂ ਆਪ ਹਿਸਾਬ ਲਾਓ ਵੀ ਇਹ ਇੰਡਸਟਰੀ ਇੰਨੀ ਗੱਲ ਨਾਲ ਜਿਹੜੀ ਇੰਡਸਟਰੀ ਦਾ ਵੀ ਕਿੰਨਾ ਲਾਸ ਹੋਏਗਾ ਤੇ ਜਿਹੜਾ ਕਾਮਨ ਮੈਨ ਤੇ ਕਿੰਨਾ ਜ਼ਿਆਦਾ ਭਾਰ ਪਏਗਾ। ਮੱਕੜ ਸਾਹਿਬ, ਜੇਕਰ ਗੱਲ ਕੀਤੀ ਜਾਵੇ ਜਿਹੜਾ ਛੋਟਾ ਦੁਕਾਨਦਾਰ ਹੈ, ਲੁਧਿਆਣੇ ਦੇ ਵਿੱਚ ਛੋਟੇ ਦੁਕਾਨਦਾਰ ਬਹੁਤ ਹੈ, ਇਹ ਕਹਿ ਰਹੇ ਕਿ ਵੀ ਜਿਹੜੀ ਬ੍ਰਾਂਡਡ ਕੱਪੜੇ ਬਣਾਉਂਦੇ ਆ ਉਹਨਾਂ ਤੇ ਬਹੁਤਾ ਨਹੀਂ ਅਸਰ ਹੋਊਗਾ। ਜਿੱਦਾਂ MSME ਹੈ ਜਾਂ ਛੋਟੇ ਦੁਕਾਨਦਾਰ ਹੈ, ਛੋਟੇ ਮੈਨੂਫੈਕਚਰਰ ਹੈ, ਉਹਨਾਂ ਤੇ ਜ਼ਿਆਦਾ ਮਾੜਾ ਪ੍ਰਭਾਵ ਜਿਹੜਾ ਪਊਗਾ, ਉਹਨਾਂ ਨੂੰ ਜਿਹੜੀ ਇਸ ਦੀ ਮਾਰ ਝੱਲਣੀ ਪਊਗੀ। ਇਹ ਠੀਕ ਹੈ, ਕਿਤੇ ਨਾ ਕਿਤੇ ਦੇਖੋ ਇੱਕ ਜਿਹੜੀ ਗਾਰਮੈਂਟਸ ਦੇ ਵਿੱਚ ਆ ਕੇ ਜਿਹੜਾ ਟੈਕਸਟਾਈਲ ਦੇ ਉੱਪਰ ਤਾਂ ਸੇਮ ਹੀ ਰੇਟ ਆ, ਉਹਦੇ ਕੋਈ ਸਾਰਿਆਂ ਨੂੰ ਇੱਕੋ ਜਿਹਾ ਹੀ ਲੱਗਣਾ, ਤੇ ਗਾਰਮੈਂਟਸ ਦੇ ਵਿੱਚ ਆ ਕੇ ਕਿਤੇ ਗਾਰਮੈਂਟਸ ਦੀ ਇੱਕ ਸਲੈਬ ਹੈਗੀ ਸੀ ਵੀ ਇਸ ਰੇਟ ਤੱਕ ਜਿਹੜਾ ਉਹ 5% ਹੈ, ਤੇ ਉਸ ਤੋਂ ਬਾਅਦ ਉੱਤੇ ਵੱਧ ਲੱਗਦਾ ਸੀ। ਪਰ ਹੁਣ ਜਿਹੜਾ ਸਟਾਰਟਿੰਗ ਤੋਂ ਲੈ ਕੇ ਤੁਸੀਂ ਜੇ 100 ਰੁਪਏ ਦੀ ਆਈਟਮ ਵੀ ਲੈਣੀ ਹੈ ਤੇ ਉਹ ਰੇਟ ਜਿਹੜਾ GST ਉਹ 12% ਲੱਗੇਗਾ, ਤੇ ਉਹਦਾ ਅਸਰ ਤੁਸੀਂ ਦੇਖ ਲਓ ਵੀ ਇੱਕ ਆਮ ਇਨਸਾਨ ਤੇ ਕਿੰਨਾ ਪਏਗਾ। ਜਿਹੜੀਆਂ ਨਵੀਆਂ ਦੇਖੋ ਵੀ ਜਿਹੜਾ ਇਹ ਫੈਸਲਾ ਭਾਰਤ ਸਰਕਾਰ ਨੇ ਲਿਆ GST ਵਧਾਉਣ ਦਾ, ਦੇਖੋ 1% ਵਾਜਿਬ ਸੀ, ਇੱਕਦਮ 60% ਜਿਹੜਾ GST ਵਧਾਇਆ ਇਹ ਤਾਂ ਇੰਡਸਟਰੀ ਨੂੰ ਟੈਕਸਟਾਈਲ ਇੰਡਸਟਰੀ ਨੂੰ ਇੱਕ ਤਰ੍ਹਾਂ ਮਾਰਨ ਵਾਲਾ ਇਹਨਾਂ ਨੇ ਕੰਮ ਕੀਤਾ।
ਪਹਿਲੋਂ ਕਿਸਾਨ ਮਾਰਤੇ, ਹੁਣ ਰਹਿੰਦੇ ਖੁੰਦੇ ਜਿਹੜੇ ਇੰਡਸਟਰੀ ਵਾਲੇ ਆ, ਟੈਕਸਟਾਈਲ ਇੰਡਸਟਰੀ ਨੂੰ ਇਹ ਤਬਾਹ ਕਰਨਾ ਚਾਹੁੰਦੇ ਆ। 2 ਸਾਲ ਤੋਂ ਕਰੋਨੇ 'ਚ ਇੰਡਸਟਰੀ ਹਾਲੇ ਸੰਭਲੀ ਸੀ, ਹੁਣ ਬਾਹਰ ਆਈ ਸੀ ਕਰੋਨੇ ਤੋਂ ਬਾਅਦ। ਕਿਉਂ ਕਰੋਨਾ ਸੰਕਟ ਨੇ ਬਹੁਤ ਤਕਰੀਬਨ ਸਾਰਾ ਜਿਹੜਾ ਕਾਰੋਬਾਰ ਆ ਉਹ ਇੱਕਦਮ ਠੱਪ ਹੋ ਕੇ ਰਹਿ ਗਿਆ ਸੀ। ਤੇ ਹੁਣ ਸ਼ੁਰੂਆਤ ਹੋਈ ਸੀਗੀ, ਸੀਜ਼ਨ ਵੀ ਅੱਗੇ ਆ ਰਿਹਾ ਸਰਦੀਆਂ ਦੇ ਕੱਪੜਿਆਂ ਦਾ। ਇਹ ਵਪਾਰੀ ਨੂੰ ਤੇ ਟੈਕਸਟਾਈਲ ਜਿਹੜੇ ਇੰਡਸਟਰੀ ਉਹਨਾਂ ਨੂੰ ਮਾਰਨ ਵਾਲਾ ਫੈਸਲਾ। ਸੋ ਮੈਂ ਬਤੌਰ ਚੇਅਰਮੈਨ ਇਸ ਫੈਸਲੇ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ। ਤੇ ਮੇਰੀ ਪ੍ਰਾਈਮ ਮਿਨਿਸਟਰ ਨੂੰ ਗੁਜ਼ਾਰਿਸ਼ ਹੈ ਕਿ ਉਹ ਇਸ ਫੈਸਲੇ ਤੇ ਦੁਬਾਰਾ ਵਿਚਾਰ ਕਰਨ, ਕਿਉਂਕਿ ਇਹ ਫੈਸਲਾ ਇੰਡਸਟਰੀ ਨੂੰ ਮਾਰਨ ਵਾਲਾ। ਤੇ ਤੁਸੀਂ ਕਿਰਪਾ ਕਰਕੇ ਇਸ ਫੈਸਲੇ ਤੇ ਮੁੜ ਵਿਚਾਰ ਕਰੋ, ਕਿਉਂਕਿ ਇੰਡਸਟਰੀ ਨੂੰ ਬਚਾਇਆ ਜਾ ਸਕੇ। ਜਿਵੇਂ ਕਿ ਮਨਪ੍ਰੀਤ ਬਾਦਲ ਜਿਹੜੇ ਆ ਉਹ ਕੱਲ ਲੁਧਿਆਣਾ ਫੇਰੀ ਤੇ ਆ ਰਹੇ ਨੇ, ਜੀਐਸਟੀ ਕੌਂਸਲ ਦੇ ਮੈਂਬਰ ਹੈਗੇ ਆ, ਵਪਾਰੀਆਂ ਦਾ ਮੰਡਲ ਵੀ ਉਹਨਾਂ ਨੂੰ ਮਿਲਣ ਵਾਲਾ ਹੈ। ਤੁਹਾਡੇ ਵੱਲੋਂ ਅਪੀਲ ਕੀਤੀ ਜਾਊਗੀ ਕਿ ਇਹ ਜਿਹੜਾ ਮੁੱਦਾ ਹੈ ਉਹ ਸੈਂਟਰ 'ਚ ਚੁੱਕਿਆ ਜਾਵੇ ਤੇ ਇਸ ਦਾ ਜਿਹੜਾ ਹੱਲ ਕੀਤਾ ਜਾਵੇ ਤਾਂ ਜੋ ਲੁਧਿਆਣਾ ਦੇ ਵਪਾਰੀਆਂ ਨੂੰ ਰਾਹਤ ਮਿਲੇ। ਨਹੀਂ, ਮੇਰੀ ਕੱਲ ਵੀ ਉਹਨਾਂ ਨਾਲ ਗੱਲ ਹੋਈ ਹੈ ਚੰਡੀਗੜ੍ਹ ਦੇ ਵੀ। ਸਾਡੇ ਖਜ਼ਾਨਾ ਮੰਤਰੀ ਉਹ ਕੱਲ ਸਪੈਸ਼ਲ ਲੁਧਿਆਣੇ ਆ ਰਹੇ ਆ, ਉਹਨਾਂ ਦੀ ਟੈਕਸਟਾਈਲ ਇੰਡਸਟਰੀ ਦੇ ਨਾਲ ਇੰਟਰੈਕਸ਼ਨ ਵੀ ਹੈਗੀ ਹੈ ਔਰ ਜੀਐਸਟੀ ਕੌਂਸਲ ਦੇ ਉਹ ਮੈਂਬਰ ਵੀ ਨੇ। ਸੋ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਉਹ ਭਾਰਤ ਸਰਕਾਰ ਦੇ ਨਾਲ ਟਾਈਪ ਕਰਕੇ ਇਸ ਫੈਸਲੇ ਤੇ ਮੁੜ ਵਿਚਾਰ ਕਰੋ, ਕਿਉਂਕਿ ਫੈਸਲੇ ਨਾਲ ਇੰਡਸਟਰੀ ਬਿਲਕੁਲ ਬੰਦ ਹੋ ਜੂਗੀ, ਠੱਪ ਹੋ ਜੂਗੀ ਔਰ ਇਹ ਇੰਡਸਟਰੀ ਦਾ ਗਲਾ ਦਬਾਉਣ ਵਾਲਾ ਫੈਸਲਾ। ਸਾਹ ਨਹੀਂ ਲਿੱਤਾ ਇਹਨਾਂ ਨੇ। ਅਸੀਂ ਪਹਿਲਾਂ ਹੀ ਅਪਸੈਟ ਹੈ। ਗਵਰਨਮੈਂਟ ਕੀ ਚਾਹੁੰਦੀ ਹੈ ਨਹੀਂ ਸਮਝ ਆਈ। ਉਹਨਾਂ ਨੇ ਕੱਪੜੇ ਦੇ 5 ਤੋਂ 12% ਕਰਤਾ, ਜਿਹਦੇ ਨਾਲ ਇੰਡਸਟਰੀ ਬਿਲਕੁਲ ਡਿਸਟਰਬ ਹੋ ਜਾਏਗੀ। ਸਾਡੇ ਮਾਰਜਨ ਪਹਿਲਾਂ ਹੀ ਘੱਟ ਹੈ, ਹੁਣ ਹੋਰ ਜ਼ਿਆਦਾ ਘੱਟ ਜਾਣਗੇ, ਕੰਮ ਜ਼ਿਆਦਾ ਖਰਾਬ ਹੋਊਗਾ। ਗਵਰਨਮੈਂਟ ਨੂੰ ਇਹਦੀ ਸੂਝ-ਬੂਝ ਲੈਣੀ ਚਾਹੀਦੀ ਹੈ। ਵਪਾਰ ਪਹਿਲਾਂ ਨਾਲੋਂ ਡਾਊਨਵਰਡਸ ਹੈ। ਸਿੰਸ ਕੋਵਿਡ-19 ਆਇਆ ਅਸੀਂ ਗਰੋਥ 'ਚ ਨਹੀਂ ਆਇਆ, ਹਜੇ ਨਾਰਮਲ ਨਹੀਂ ਹੋਏ। ਨਾਰਮਲ ਤਾਂ ਸਾਨੂੰ ਆਉਣ ਦਿਓ, ਸਾਨੂੰ ਕੁਛ ਰਿਲੀਫ ਦਿਓ, ਕੁਛ ਜੇ ਕਰਨਾ ਸੀ ਪਹਿਲਾਂ ਇੰਡਸਟਰੀ ਨੂੰ ਕੌਨਫੀਡੈਂਸ 'ਚ ਲੈ ਲਓ, ਕੌਨਫੀਡੈਂਸ 'ਚ ਲੈ ਕੇ ਫਿਰ ਕਰੋ। ਫਿਰ ਕੋਈ ਨਾ ਕੋਈ ਉਹਦਾ ਰਸਤਾ। ਗਵਰਨਮੈਂਟ ਨੇ ਰੈਵਨਿਊ ਵਧਾਉਣਾ, ਅਸੀਂ ਬੜੇ ਤਰੀਕੇ ਹੋਰ ਦੱਸ ਸਕਦੇ ਹਾਂ, ਲੇਕਿਨ ਕਿਉਂ ਕਰਦੀ ਹੈ ਸਰਕਾਰ ਇੱਦਾਂ, ਸਮਝ ਨਹੀਂ ਆ ਰਹੀ। ਥਾਪਰ ਸਾਹਿਬ, ਜਿਵੇਂ ਕਿ ਹੁਣ ਜੀਐਸਟੀ ਦੇ ਵਿੱਚ ਵਾਧਾ ਕੀਤਾ ਗਿਆ ਹੈ, 5 ਤੋਂ 12% ਕਰਤਾ, ਪਰ ਜਿੱਦਾਂ ਹੁਣ ਸਰਦੀਆਂ ਦਾ ਕੱਪੜਾ ਹੈ ਉਸਦੇ ਆਰਡਰ ਜਿਹੜੇ ਆ ਉਹ ਪਹਿਲਾਂ ਹੀ ਬੁੱਕ ਹੋ ਜਾਂਦੇ, ਇੱਕ ਸੀਜ਼ਨ ਪਹਿਲਾਂ ਬੁਕਿੰਗ ਹੋ ਜਾਂਦੀ ਹੈ। ਲੱਗਦਾ ਕਿ ਇਸ ਦਾ ਵਪਾਰੀ ਤੇ ਵੀ ਅਸਰ ਪਏਗਾ ਤੇ ਮੈਨੂਫੈਕਚਰਰ ਤੇ ਵੀ ਅਸਰ ਪਏਗਾ? ਦੋਨਾਂ ਦੇ ਹੀ ਪਏਗਾ ਜੀ। ਅਲਟੀਮੇਟਲੀ ਕੀ ਹੋਣਾ, ਟੈਕਸ ਰੇਟ ਵੱਧ ਜਾਣੇ ਹੈ ਔਰ ਕਸਟਮਰਸ ਨੂੰ ਇੱਕ ਪਤਾ ਹੁੰਦਾ ਵੀ ਇਹ ਸਾਡੀਆਂ ਬੁਕਿੰਗਾਂ ਹੋ ਚੁੱਕੀਆਂ ਔਰ ਉਹਦੇ ਵਿੱਚ ਸਾਨੂੰ ਕੁਛ ਨਾ ਕੁਛ ਆਪਣੇ ਪ੍ਰੋਫਿਟ 'ਚੋਂ ਸ਼ੇਅਰ ਦੇਣਾ ਪੈਂਦਾ। ਸਾਡਾ ਪ੍ਰੋਫਿਟ ਸਿੰਕਰਾਈਜ਼ ਹੋ ਜਾਂਦਾ, ਮਤਲਬ ਸਾਨੂੰ ਮਾਰ ਡਬਲ ਪੈ ਜਾਂਦੀ ਹੈ। ਇੱਕ ਤਾਂ ਰੇਟ ਕਿੱਥੇ ਦਾ ਹਰੇਕ ਆਦਮੀ ਚਾਹੁੰਦਾ ਵੀ ਰੇਟ ਜ਼ਿਆਦਾ ਮਿਲੇ, ਮੈਂ ਹੋਰ ਗਰੋ ਕਰਾਂ। ਇਹ ਗਰੋ ਕਰਨ ਵਾਲੇ ਪਾਸੇ ਸਾਨੂੰ ਚੱਲਣ ਨਹੀਂ ਦਿੰਦੇ। ਥਾਪਰ ਸਾਹਿਬ, ਜਿਵੇਂ ਕਿ ਨੁਕਸਾਨ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਵੇਂ ਕਿ ਜਿੰਦਾ ਦੇ ਹਾਲਾਤ ਬਣਦੇ ਜਾ ਰਹੇ ਹੈ, ਲੱਗਦਾ ਇੰਡਸਟਰੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੱਡੀ ਚੁਣੌਤੀਆਂ ਪੇਸ਼ ਹੋ ਸਕਦੀਆਂ ਨੇ? ਬਿਲਕੁਲ ਹੋ ਸਕਦੀਆਂ ਔਰ ਸਾਨੂੰ ਕੁਛ ਨਾ ਕੁਛ ਸਖਤ ਰੁਖ ਰੱਖ ਕੇ ਕੋਈ ਇਹੋ ਜਿਹਾ ਪ੍ਰੋਟੈਸਟ ਕਰਕੇ ਸਰਕਾਰ ਨੂੰ ਇਹ ਦੱਸਣਾ ਪੈਣਾ। ਅਸੀਂ ਕੀ ਕਰ ਸਕਦੇ ਹਾਂ? ਇਲੈਕਸ਼ਨ ਆਏ, ਇਲੈਕਸ਼ਨਾਂ 'ਚ ਅਸੀਂ ਇਹਨਾਂ ਨੂੰ ਦੱਸ ਸਕਦੇ ਹਾਂ, ਠੀਕ ਹੈ, ਔਰ ਗੌਰਮੈਂਟ ਨੂੰ ਸਬਕ ਸਿਖਾਉਣਾ ਪੈਣਾ। ਲੇਕਿਨ ਸਾਡਾ ਨੁਕਸਾਨ ਲਗਾਤਾਰ ਹੁੰਦਾ ਆ ਰਿਹਾ। ਕੋਈ ਬੰਦਾ ਆਪਣੇ ਮੱਧਮ ਵਰਗ ਦੇ ਧਿਆਨ ਨਹੀਂ ਦੇ ਰਿਹਾ। ਆਖਰੀ ਸਵਾਲ ਹੈ ਮੇਰਾ ਥਾਪਰ ਸਾਹਿਬ, ਜੀਐਸਟੀ ਕੇਂਦਰ ਸਰਕਾਰ ਨੇ ਜਦੋਂ ਲਾਗੂ ਕੀਤਾ ਸੀਗਾ, ਸੂਬਿਆਂ ਨੂੰ ਕੌਨਫੀਡੈਂਸ 'ਚ ਲੈ ਕੇ ਤੇ ਇਹ ਦਾਅਵਾ ਕੀਤਾ ਸੀ ਕਿ ਜਿਹੜਾ ਟੈਕਸ ਹੈ ਉਸ ਨੂੰ ਸਰਲ ਬਣਾ ਦਿੱਤਾ ਜਾਵੇਗਾ, ਪਰ ਉਸ ਦੇ ਵੱਖਰੇ ਵੱਖਰੇ ਸਲੈਬ ਕਰ ਦਿੱਤੇ ਗਏ। ਕਿਸੇ ਤੇ ਤਾਂ ਟੈਕਸ ਜਿਹੜਾ 5% ਹੈ, ਕਿਸੇ ਤੇ 18% ਕਰਤਾ। ਵਪਾਰੀ ਜਿਹੜਾ ਉਹ ਕਿੰਨੀ ਕੁ ਮੁਸ਼ਕਲ 'ਚ ਹੈਗਾ, ਫਿਰ ਜੀਐਸਟੀ ਨੰਬਰ ਲੈਣਾ ਪੈਂਦਾ। ਕਿੰਨਾ ਕੁ ਨੁਕਸਾਨ ਜਿਹੜਾ ਵਪਾਰੀ ਹੈ, ਵਪਾਰੀ ਕਿੰਨਾ ਗੁੰਝਲ 'ਚ ਫਸਿਆ ਹੋਇਆ, ਉਹਦੇ ਬਾਰੇ? ਇਹ ਡੇ ਬਾਈ ਡੇ ਸਾਡਾ ਕੰਮ ਕੰਪਲੀਕੇਟਡ ਹੁੰਦਾ ਜਾ ਰਿਹਾ। ਸਰਕਾਰ ਦੀ ਕੀ ਮਨਸ਼ਾ ਹੈ
ਇਹ ਉਹ ਜਾਣਦੀ ਹੈ। ਔਰ ਮੇਰਾ ਖਿਆਲ ਹੈ ਬਹੁਤ ਸਾਰੀਆਂ ਪਾਲਿਸੀ ਉਹ ਇੱਦਾਂ ਦੀਆਂ ਜਿਸ 'ਚ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਹੁੰਦਾ, ਸਾਡੀਆਂ ਮੁਸ਼ਕਲਾਂ ਵੱਧ ਜਾਂਦੀਆਂ। ਸਾਡੀ ਤਾਂ ਅਪੀਲ ਹੈ ਸਰਕਾਰ ਨੂੰ, ਰੱਬ ਦਾ ਵਾਸਤਾ ਸਾਨੂੰ ਕੌਨਫੀਡੈਂਸ 'ਚ ਲੈ ਲਿਆ ਕਰੋ, ਸਾਨੂੰ ਕੌਨਫੀਡੈਂਸ ਲੈ ਕੇ ਕੋਈ ਨਾ ਕੋਈ ਹੱਲ ਨਿਕਲ ਆਉਂਦਾ। ਇਹ ਲੈਂਦੇ ਨਹੀਂ, ਕੋਈ ਹੁੰਦੀ ਹੈ ਕਰ ਬਹਿ ਕੇ ਕਰ ਆਪਣਾ ਪ੍ਰੋਗਰਾਮ ਬਣਾ ਦਿੰਦੇ ਆ ਔਰ ਨੁਕਸਾਨ ਹੁੰਦਾ। ਕੰਮ ਛੱਡ ਵੀ ਰਹੇ ਆ, ਜਿਹੜੇ ਰੈਡੀਮੇਡ ਦਾ ਕੰਮ ਕਰਦੇ ਸੀ ਅੱਜ ਤੋਂ ਕਈ ਸਾਲਾਂ ਤੋਂ ਕਰ ਰਹੇ ਸੀ, ਛੱਡ ਵੀ ਰਹੇ ਆ ਲੋਕ ਕੰਮ। ਘਟ ਰਹੇ हैं लेकिन इतना ज़्यादा नहीं है जितना तुम कह रहे हो, लेकिन है तो मुश्किल च 10 ਤੋਂ 20% ਨੁਕਸਾਨ ਦਾ ਹੈਗਾ। है 5 to 10%। ਕਰਕੇ ਰੈਡੀਮੇਡ ਕੱਪੜੇ ਤੇ ਉਸ ਨੂੰ ਲੈ ਕੇ ਕੱਲ ਮਨਪ੍ਰੀਤ ਬਾਦਲ ਆ ਰਹੇ ਨੇ, ਜੀਐਸਟੀ ਕੌਂਸਲ ਦੇ ਮੈਂਬਰ ਹੈਗੇ ਆ, ਤੁਸੀਂ ਮੁੱਦਾ ਚੱਕੋਗੇ, ਉਹਨਾਂ ਨਾਲ ਗੱਲਬਾਤ ਕਰੋਗੇ? कल बादल साहब आ रहे हैं और सब तो मेन मुद्दा ये होएगा, वो GST कौंसल के मैंबर भी हैं, ਅਸੀਂ ਆਪਣੀ ਆਵਾਜ਼ ਜ਼ੋਰ ਨਾਲ ਉਠਾਵਾਂਗੇ ਔਰ ਉਹਨਾਂ ਦੇ ਮਾਧਿਅਮ ਸੇ ਅਸੀਂ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਨੂੰ ਕਹਾਂਗੇ ਕਿ ਇਹਨੂੰ ਬੰਦ ਕਰੋ, ਸਾਨੂੰ ਰਾਹਤ ਦਿਓ, ਰੱਬ ਦਾ ਵਾਸਤਾ ਸਾਡਾ ਸੀਜ਼ਨ ਲੱਗ ਲੈਣ ਦਿਓ। ਜਦ ਵੀ ਕੋਈ ਨਵਾਂ ਟੈਕਸ ਲਗਾਉਣਾ ਹੈ ਸਾਨੂੰ ਕੌਨਫੀਡੈਂਸ 'ਚ ਲੈ ਕੇ ਲਾਉਣ ਤੇ ਉਹ 'ਚ ਜ਼ਿਆਦਾ ਬਿਹਤਰ ਹੋਗਾ। ਅਸੀਂ ਉਹਨਾਂ ਨੂੰ ਕੋਈ ਨਾ ਕੋਈ ਰਸਤਾ ਦੱਸਾਂਗੇ।